ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਲਾਈਵ ਰਹੇਗਾ ਜੀ ਸ਼ੋਅ। ਤੁਸੀਂ ਇਸ ਸ਼ੋਅ ਦੇ ਵਿੱਚ ਆਪਣੇ ਸਵਾਲ ਪੁੱਛ ਸਕਦੇ ਹੋ ਸਟੂਡੈਂਟ ਵੀਜ਼ਾ ਸੰਬੰਧੀ, ਟੂਰਿਸਟ ਵਿਜ਼ਿਟਰ ਸੰਬੰਧੀ। ਗੱਲਬਾਤ ਆਸਟ੍ਰੇਲੀਆ ਨੂੰ ਲੈ ਕੇ, ਕੈਨੇਡਾ ਨੂੰ ਲੈ ਕੇ, ਯੂਕੇ ਨੂੰ ਲੈ ਕੇ ਕਰਨਾ ਚਾਹੁੰਦੇ ਹੋ, ਬਿਲਕੁਲ ਕਰ ਸਕਦੇ ਹੋ। ਖਾਸ ਕਰ ਕੈਨੇਡਾ ਨੂੰ ਲੈ ਕੇ ਜੇ ਕੋਈ ਕਨਫਿਊਜ਼ਨ ਹੈ, ਰਿਜੈਕਟਡ ਹੋ ਜਾਂ ਅਪਲਾਈ ਕਰਨ ਨੂੰ ਲੈ ਕੇ ਮਨ ਦੇ ਵਿੱਚ ਕੋਈ ਡਾਊਟ ਆ ਰਿਹਾ ਤਾਂ ਸਾਂਝੇ ਕਰ ਸਕਦੇ ਹੋ। ਉਸ ਨੰਬਰ 'ਤੇ ਕਾਲ ਕਰਨਾ ਜਿਹੜਾ ਟੀਵੀ ਸਕਰੀਨ 'ਤੇ ਫਲੈਸ਼ ਹੋ ਰਿਹਾ। ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਣਗੇ ਕ੍ਰੀਏਟਿਵ ਫਿਊਚਰ ਤੋਂ ਆਏ ਗੁਰਪ੍ਰੀਤ ਜੀ। ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ। ਥੈਂਕ ਯੂ ਅਮਨ ਜੀ। ਗੁਰਪ੍ਰੀਤ ਜੀ ਇੱਥੋਂ ਸ਼ੁਰੂਆਤ ਕਰੀਏ। ਪ੍ਰੈਜ਼ੈਂਟ ਸਿਨੈਰੀਓ ਓਵਰਆਲ ਕੀ ਚੱਲ ਰਿਹਾ ਹੈ? ਪ੍ਰੈਜ਼ੈਂਟ ਸਿਨੈਰੀਓ ਇਸ ਟਾਈਮ ਅਮਨ ਜੀ ਬੱਚਿਆਂ ਦੇ ਵੀਜ਼ਾਸ ਜਿਹੜੇ ਆ ਗ੍ਰਾਂਟ ਹੋਣੇ ਸ਼ੁਰੂ ਹੋ ਗਏ ਨੇ। ਜਨਵਰੀ ਇਨਟੇਕ ਦੇ ਬੱਚਿਆਂ ਦੇ ਤੇ ਬੱਚੇ ਆਪਣੀ ਹੁਣ ਤਿਆਰੀ ਦੇ ਵਿੱਚ ਨੇ। ਔਰ ਕਿਸੇ ਵੀ ਤਰ੍ਹਾਂ ਦੇ ਬੱਚਿਆਂ ਦੇ ਜਿਹੜੇ ਸਵਾਲ ਹੁੰਦੇ ਨੇ ਸਾਡੇ ਕੋਲ ਜਿਹੜੇ ਆਉਂਦੇ ਨੇ ਕਿ ਮੈਮ ਵੈਕਸੀਨੇਸ਼ਨ ਕਰਵਾਉਣੀ ਆ, ਇਹ ਬਹੁਤ ਇੰਪੋਰਟੈਂਟ ਆ ਕਿ ਅਸੀਂ ਦੋਵੇਂ ਜਿਹੜੀਆਂ ਡੋਜ਼ ਲੈਣੀਆਂ। ਤੀਸਰੀ ਗੱਲ ਆਪਾਂ ਜਦੋਂ ਵੀ ਕਰਦੇ ਹਾਂ ਕਿ ਫਲਾਈਟਸ ਓਪਨ ਨੇ ਤੇ ਇਸ ਟਾਈਮ ਜਿਹੜੀਆਂ ਫਲਾਈਟਸ ਨੇ ਓਪਨ ਹੋ ਚੁੱਕੀਆਂ ਨੇ। ਤੇ ਦੂਸਰਾ ਜੇ ਆਪਾਂ ਇੱਕ ਸਿਨੈਰੀਓ ਓਵਰਆਲ ਦੇਖੀਏ ਕਿ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਤੇ USA ਤੇ UK, ਅੱਜ ਆਪਾਂ ਗੱਲ ਕਰਦੇ ਹਾਂ ਕਿ ਉੱਥੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਈ ਪਈ ਆ, ਮੈਨ ਪਾਵਰ ਦੀ ਪ੍ਰੋਬਲਮ ਆਈ ਪਈ ਆ। ਅੱਜ ਨਿਊਜ਼ੀਲੈਂਡ ਨੇ ਵੀ ਸਾਨੂੰ ਦੇਖਦੇ ਇਹ ਚੀਜ਼ਾਂ ਕਿ 2 ਲੱਖ ਲਗਭਗ ਉਹਨਾਂ ਨੇ ਜਿਹੜੇ ਉੱਥੇ ਕੱਚੇ ਤੌਰ 'ਤੇ ਕੰਮ ਕਰ ਰਹੇ ਸੀ ਜਾਂ ਵਰਕ ਪਰਮਿਟ 'ਤੇ ਸੀਗੇ, ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਹੈ। ਤੇ ਹਰ ਪਾਸਿਓਂ ਸਾਨੂੰ ਇੱਕ ਪੋਜ਼ਿਟਿਵ ਨਿਊਜ਼ ਆ ਰਹੀ ਹੈ ਤੇ ਅੱਗੇ ਜਿਹੜਾ ਸਾਡਾ ਫਿਊਚਰ ਔਰ ਭਵਿੱਖ ਆ, ਇੱਕ ਸੁਨਹਿਰਾ ਨਜ਼ਰ ਆਉਂਦਾ ਜਿਹੜਾ ਸਾਨੂੰ ਨਜ਼ਰ ਆ ਰਿਹਾ ਬੱਚਿਆਂ ਦਾ ਕਿ ਆਉਣ ਵਾਲਾ ਟਾਈਮ ਜਿਹੜਾ ਵੀਜ਼ਾਸ ਲੈਣ ਦਾ ਤੇ ਕੈਨੇਡਾ ਔਰ ਜਿਹੜੇ ਵੀ ਕੰਟਰੀ ਤੁਸੀਂ UK, ਆਸਟ੍ਰੇਲੀਆ, ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਤੇ ਅੱਗੇ ਆਪਾਂ ਨੂੰ ਵੀਜ਼ਾਸ ਹੀ ਗ੍ਰਾਂਟ ਹੋਣਗੇ ਤੇ ਸਾਰਾ ਕੁਝ ਬੈਕ ਟੂ ਨਾਰਮਲ ਹੋਣ ਜਾ ਰਿਹਾ ਹੈ। ਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਕੀ ਸਵਾਲ ਹੈ? ਭਾਜੀ ਮੈਂ 2017 ਪਾਸ ਹੋ ਗਿਆ। ਕੀ ਕੀਤਾ ਜੀ 2017 'ਚ? ਬੀਟੈਕ ਮਕੈਨੀਕਲ। ਬੀਟੈਕ ਮਕੈਨੀਕਲ। ਹਾਂਜੀ। ਓਕੇ ਜੀ, ਕਿੰਨੇ ਪਰਸੈਂਟ? 73। 73। ਬੈਕਲੌਗਸ? ਨਹੀਂ ਸਰ। ਓਕੇ ਜੀ। ਆਈ ਸੋਵਰਨ 60 ਓਵਰਆਲ 6 ਈਚ। ਓਕੇ। ਹਾਂਜੀ। ਤੇ ਸਰ ਮੇਰੀ ਨਾ ਜੋਬ ਰੈਲੀਵੈਂਟ ਨਹੀਂ। ਜੌਬ ਕੀ ਕਰ ਰਹੇ ਹੋ? ਜੋਬ ਮੇਰੀ ਰੈਲੀਵੈਂਟ ਨਹੀਂ ਹੈ ਮੇਰੇ ਕੋਰਸ ਨਾਲ ਤੇ ਉਹਦਾ ਗੈਪ ਜਸਟੀਫਾਈ ਕਰਨ ਵੇਲੇ ਦਿੱਕਤ ਨਹੀਂ ਹੋਏਗੀ। ਕੀ ਜੌਬ ਕਰ ਰਹੇ ਹੋ? ਹੈਲੋ ਸਰ, ਜੌਬ ਕੀ ਕਰ ਰਹੇ ਹੋ? ਸਰ ਮੈਂ ਆਪਣਾ ਮੀਡੀਆ ਲਾਈਨ ਤੇ। ਓਕੇ ਜੀ, ਕੀ ਕਹਿਣਾ ਮੈਂ? ਸਭ ਤੋਂ ਵੱਡਾ ਕੁਐਸਚਨ ਬੱਚੇ ਦਾ ਇਹ ਹੈ ਕਿ ਜੌਬ ਰੈਲੇਵੈਂਟ ਨਹੀਂ ਹੈ ਤੇ ਮੇਰੀ ਜਿਹੜੀ ਸਟੱਡੀ ਹੈ ਉਹ ਡਿਫਰੈਂਟ ਹੈ, ਮੈਂ ਜੌਬ ਡਿਫਰੈਂਟ ਕਰ ਰਿਹਾ। ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ ਕਿ ਅਸੀਂ ਵੀਜ਼ਾ ਅਫਸਰ ਨੂੰ ਇਹ ਦਿਖਾਉਣਾ ਹੈ ਅਸੀਂ ਕੁਝ ਸਿੱਖਿਆ ਜਾਂ ਅਸੀਂ ਕੁਝ ਅਰਨ ਕੀਤਾ ਹੈ, ਅਸੀਂ ਫਾਈਨੈਂਸ਼ੀਅਲੀ ਕੰਡੀਸ਼ਨ ਤੋਂ ਜੂਝ ਰਹੇ ਸੀ, ਸਾਨੂੰ ਜੋ ਆਪਸ਼ਨ ਮਿਲੀ ਅਸੀਂ ਉਹ ਜੌਬ ਕਰ ਲਈ। ਬੱਚੇ ਦਾ ਪ੍ਰੋਫਾਈਲ ਅੱਛਾ ਹੈ, ਅਪਲਾਈ ਕਰ ਸਕਦਾ ਹੈ। ਜੋ ਤੁਹਾਡਾ ਜੈਨੂਅਨ ਐਕਸਪੀਰੀਅੰਸ ਆ, ਭਾਵੇਂ ਰੈਲੇਵੈਂਟ ਹੈ ਜਾਂ ਨਹੀਂ ਹੈ, ਆਪਾਂ ਉਹੀ ਵੀਜ਼ਾ ਅਫਸਰ ਦੇ ਸਾਹਮਣੇ ਰੱਖਣਾ, ਉਹੀ ਆਪਣਾ ਜਿਹੜਾ ਐਕਸਪੀਰੀਅੰਸ ਆ ਉਹੀ ਦਿਖਾਣਾ। ਕੋਈ ਵੀ ਚੀਜ਼ ਆਪਾਂ ਬਣਾਉਣੀ ਨਹੀਂ ਆ, ਬਣਾ ਕੇ ਨਹੀਂ ਲਾਣੀ। ਤੇ ਅਮਨ ਜੀ ਅੱਜ ਕੱਲ੍ਹ ਬੱਚਿਆਂ ਦੇ ਕੁਐਸਚਨ ਵੀ ਬਹੁਤ ਹੁੰਦੇ ਨੇ, ਇਹਦੇ ਨਾਲ ਰੈਲੇਵੈਂਟ ਇੱਕ ਕੁਐਸਚਨ ਬੱਚੇ ਦਾ ਆ ਰਿਹਾ ਹੈ ਕਿ ਮੈਂ ਦੇ ਜਿਹੜੇ ਆਈਲੈਟ ਸਕੋਰ ਆ 2 ਚੋਂ 5.5 ਆ, 1 ਚੋਂ 5 ਆ। ਮੈਂ ਉਹ ਬੱਚੇ ਦੀ ਗੱਲ ਕਰਦੀ ਹਾਂ, ਗੁਰਮੀਤ ਹੈ, ਮੇਰੀ ਸਟੂਡੈਂਟ ਦਿੱਲੀ ਤੋਂ, ਮੈਨੂੰ 6 ਮਹੀਨੇ ਹੋ ਗਏ ਮੇਰੇ ਨਾਲ ਲਗਾਤਾਰ ਜੁੜੀ ਹੋਈ ਆ। ਉਹ ਹਰ ਵਾਰ ਕਹਿੰਦੀ ਮੈਮ ਜਿਹੜੀ ਮੇਰੀ MA ਕੀਤੀ ਆ ਉਹ ਹਿੰਦੀ ਦੇ ਵਿੱਚ ਆ। ਮੈਨੂੰ ਕੋਈ ਕਹਿੰਦਾ ਕਿ ਜੇ ਤੂੰ ਵੀਜ਼ਾ ਅਪਲਾਈ ਕਰਨਾ ਹੈ ਤਾਂ ਤੂੰ ਇਹ ਕਰ ਕਿ ਜਿਹੜੀ ਤੇਰੀ MA ਨਾ ਉਹ ਇੰਗਲਿਸ਼ 'ਚ ਹੋਣੀ ਚਾਹੀਦੀ ਆ। ਤੇ ਮੈਂ ਕਿਹਾ ਫਿਰ ਮੈਮ ਆਪਾਂ ਕੀ ਕਰਾਂਗੇ? ਹੁਣ ਇੰਗਲਿਸ਼ 'ਚ MA ਆਪਾਂ ਇੱਕ ਡੁਪਲੀਕੇਟ ਡਾਕੂਮੈਂਟ ਬਣਾਵਾਂਗੇ। ਹੁਣ ਮੇਰੇ ਇੱਕ ਜੈਨੂਅਨ MA ਹਿੰਦੀ 'ਚ ਆ ਤੇ ਅਸੀਂ ਵੀਜ਼ਾ ਅਫਸਰ ਦੇ ਸਾਹਮਣੇ ਹਿੰਦੀ ਦਿਖਾਵਾਂਗੇ। ਤਾਂ ਉਸ ਬੱਚੇ ਨੂੰ ਮੈਂ ਬੜੀ ਵਾਰ ਸਮਝਾ ਚੁੱਕੀ ਹਾਂ ਕਿ ਨੌਨ SDS ਕੈਟਾਗਰੀ ਤੇਰੇ ਲਈ ਹੈਗੀ ਆ, ਤੁਸੀਂ ਅਪਲਾਈ ਕਰ ਸਕਦੇ ਹੋ। ਮੇਰੇ ਅਕੋਰਡਿੰਗਲੀ ਉਹ 1-2 ਵਾਰਾਂ ਬੱਚਾ ਪੇਪਰ ਵੀ ਦੇ ਚੁੱਕਿਆ। ਤੇ ਇਵੇਂ ਦੇ ਜਿਹੜੇ ਪ੍ਰੋਫਾਈਲ ਹੁੰਦੇ ਆ ਅਸੀਂ ਮੋਡੀਫਾਈ ਨਹੀਂ ਕਿਸੇ ਚੀਜ਼ ਨੂੰ ਕਰ ਸਕਦੇ, ਅਸੀਂ ਵੀਜ਼ਾ ਅਫਸਰ ਦੇ ਸਾਹਮਣੇ ਰਿਪਰੈਜ਼ੈਂਟ ਕਰ ਸਕਦੇ, ਜੈਨੂਅਨ ਉਹੀ ਚੀਜ਼ ਅਸੀਂ ਦੱਸ ਸਕਦੇ ਹਾਂ। ਨੈਕਸਟ ਕਾਲ ਲੈਣੇ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਕੀ ਸਵਾਲ ਹੈ? ਮੇਰੇ ਖਿਆਲ ਜੀ
ਰੇਂਜ ਨੂੰ ਲੈ ਕੇ ਸ਼ਾਇਦ ਕਿਤੇ ਪ੍ਰੋਬਲਮ ਹੈ, ਪ੍ਰੋਪਰਲੀ ਆਵਾਜ਼ ਸਮਝ ਨਹੀਂ ਆ ਰਹੀ। ਜਿਹੜਾ ਵੀ ਸਾਨੂੰ ਕਾਲ ਕਰਨਾ ਚਾਹੁੰਦਾ ਜੀ, ਕਾਈਂਡਲੀ ਰੇਂਜ 'ਚ ਰਹਿ ਕੇ ਕਾਲ ਕਰੋ ਤਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਟਾਈਮਲੀ ਤੁਹਾਡੇ ਤੱਕ ਪਹੁੰਚਾ ਪਾਈਏ, ਕਿਉਂਕਿ ਸ਼ੋਅ ਦਾ ਇੱਕ ਸਮਾਂ ਲਿਮਿਟੇਸ਼ਨ ਦੇ ਵਿੱਚ ਹੁੰਦਾ, ਲਿਮਿਟਿਡ ਇੱਕ ਟਾਈਮ ਸਾਨੂੰ ਦਿੱਤਾ ਜਾਂਦਾ ਜਿਸ 'ਚ ਅਸੀਂ ਇਹ ਸ਼ੋਅ ਨੂੰ ਖ਼ਤਮ ਕਰਨਾ ਹੁੰਦਾ। ਸੋ ਵੱਧ ਤੋਂ ਵੱਧ ਕਾਲਸ ਆਉਂਦੀਆਂ ਨੇ, ਕੋਸ਼ਿਸ਼ ਵੀ ਕਰੀਦੀ ਹੈ ਵੱਧ ਤੋਂ ਵੱਧ ਸਵਾਲ ਲੈ ਲਈਏ, ਬਟ ਜਿਹੜੇ ਨਹੀਂ ਸਾਡੇ ਤੱਕ ਪਹੁੰਚ ਪਾਉਂਦੇ, ਮਾफ़ ਕਰਨਾ ਜੀ, ਉਹ ਤਾਂ ਕਾਲ ਕੱਟਣੀ ਪੈਂਦੀ ਹੈ ਤਾਂ ਕਿ ਹੋਰ ਕਿਸੇ ਨੂੰ ਆਪਣਾ ਸਵਾਲ ਜਿਹੜਾ ਪੁੱਛਣ ਦਾ ਚਾਂਸ ਮਿਲ ਸਕੇ। ਸੋ ਗੱਲ ਚੱਲ ਰਹੀ ਸੀ ਵੀ ਕੋਈ ਵੀ ਡਾਕੂਮੈਂਟ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤੁਸੀਂ ਬਣਾ ਕੇ ਨਹੀਂ ਲਾਉਣਾ। ਗੁਰਪ੍ਰੀਤ ਜੀ ਨੇ ਬੜੀ ਵਧੀਆ ਤਰ੍ਹਾਂ ਤੁਹਾਨੂੰ ਗਾਈਡ ਕੀਤਾ ਵੀ ਜੋ ਹੈ ਉਹੀ ਦੱਸਣਾ, ਉਹਦੇ ਸਿਰ 'ਤੇ ਵੀਜ਼ਾ ਮਿਲੇਗਾ। ਜੇ ਕੋਈ ਕਹਿੰਦਾ ਜੀ ਫਲਾਣੀ ਚੀਜ਼ ਨੂੰ ਆਪਾਂ ਬਣਾ ਲੈਂਦੇ ਹਾਂ, ਮੋਡੀਫਾਈ ਕਰ ਲੈਂਦੇ ਹਾਂ, ਬਟ ਨਹੀਂ ਕਰਨਾ, ਉਹ ਇਹ ਚੀਜ਼ਾਂ ਏਜੰਟ ਹੀ ਗਾਈਡ ਕਰਦੇ, ਸਟੂਡੈਂਟ ਨੂੰ ਤਾਂ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਬਿਲਕੁਲ, ਜਿੱਥੇ ਆਪਾਂ ਕੋਚਿੰਗ ਲੈਂਦੇ ਆ ਕਿਤੇ ਨਾ ਕਿਤੇ ਉਹ ਵੀ ਕੰਸਲਟੈਂਟ ਹੁੰਦੇ ਆ, ਉਹ ਵੀ ਤੁਹਾਨੂੰ ਗਾਈਡ ਕਰਨਾ ਸ਼ੁਰੂ ਕਰ ਦਿੰਦੇ ਆ, ਉਹ ਤੁਹਾਡੀ ਰੋਜ਼ ਕਾਉਂਸਲਿੰਗ ਕਰਦੇ ਆ। ਤੁਸੀਂ ਸਾਡੇ ਨਾਲ ਗੱਲ ਕਰਨੀ ਹੁੰਦੀ ਆ 10 ਮਿੰਟ ਜਾਂ 5 ਮਿੰਟ, ਪਰ ਸਹੀ ਔਰ ਗਲਤ ਚੀਜ਼ਾਂ ਜਿਹੜੀਆਂ ਪਰਖਣੀਆਂ ਉਹ ਤੁਸੀਂ ਦੇਖਣੀਆਂ ਕਿ ਮੈਂ ਚਾਹੇ ਰੈਲੇਵੈਂਟ ਨਹੀਂ ਆ, ਬਟ ਮੇਰੀ ਸੱਚਾਈ ਤਾਂ ਇਹੀ ਹੈ ਨਾ, ਸੱਚ ਤਾਂ ਇਹੀ ਹੈ ਨਾ। ਜੇ ਮੈਂ ਝੂਠ ਬੋਲ ਕੇ ਵੀਜ਼ਾ ਲੈ ਸਕਦਾ ਹੋਵਾਂ ਤੇ ਇੱਥੇ ਕੋਈ ਵੀ ਕਿਸੇ ਦੀ ਰਿਜੈਕਸ਼ਨ ਨਾ ਆਵੇ, ਸਾਰੇ ਝੂਠ ਬੋਲ ਕੇ ਵੀਜ਼ਾ ਲੈ ਸਕਦੇ। ਇੱਕ ਜੈਨੂਇਨਟੀ ਤੇ ਵੀਜ਼ਾ ਲੈਣਾ ਹੀ ਇੱਕ ਸਹੀ ਰਾਸਤਾ ਹੈ ਔਰ ਇੱਕ ਤੁਹਾਡੀ ਸਹੀ ਪ੍ਰੋਫਾਈਲ ਵੀਜ਼ਾ ਅਫਸਰ ਸਾਹਮਣੇ ਰੱਖ ਕੇ ਹੀ ਅਸੀਂ ਵੀਜ਼ਾ ਲੈ ਨੈਕਸਟ ਕਾਲ ਸਕਦੇ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। जी मैम, की सवाल है जी? सर मैंने ये पूछना था, मेरे ना 2 मॉड्यूल में 6.5 है और 1 मॉड्यूल में 5.5 और 1 में 5। और मैं किस कंट्री के लिए अप्लाई कर सकती हूँ? मैम स्टडी की कीता है तुसी? अच्छा, स्टडी की कीती हुई है? मैं बीसी की थी। हेलो हाँ जी, मैम, और सर मैंने बीसी की हुई है 82%। ओके, आइल्स बैंड तुसी दस्सिया जी ओवरऑल किन्ने? ओवरऑल 6। ओवरऑल 6, एक चो 5.5, एक चो 5। हाँ जी। ओके, ते केड़े ईयर च है जी बीसीए थोड़ी? सॉरी सर, आवाज नहीं आ रही। बीसीए केड़े ईयर च कंप्लीट हुई है जी? बीसीए में रिसेंटली कंप्लीट किया था। रीसेंट की परसेंटेज? हाँ जी। परसेंटेज कितनी है जी? 82%। 82। की सवाल की पूछना चाहते हो, केड़ी कंट्री बारे? सर मैंने ये पूछना था कि मैं कौन सी कंट्री में कर सकती हूँ। ओके, वो पूछ रही केड़ी कंट्री अप्लाई कर सकते हो। ਦੇਖੋ ਅਮਨ ਜੀ, ਜੇ ਤਾਂ ਆਪਾਂ ਨੌਨ ਐਸਡੀਐਸ ਕੈਟਾਗਰੀ 'ਚ ਨਹੀਂ ਅਪਲਾਈ ਕਰਨਾ ਚਾਹੁੰਦੇ, ਬਟ ਆਪਾਂ ਅਪਲਾਈ ਕਰ ਸਕਦੇ ਹਾਂ। 82% ਆ ਬੱਚੇ ਦੀ, ਚਾਹੇ ਆਈਲੈਟ ਸਕੋਰ 1 ਚੋਂ 5 ਵੀ ਆ। ਜੇ ਬੱਚਾ ਅਪਲਾਈ ਕਰਨਾ ਚਾਹੁੰਦਾ ਹੈ ਤੇ ਕੈਨੇਡਾ ਵੀ ਅਪਲਾਈ ਕਰ ਸਕਦਾ ਹੈ, ਨਹੀਂ ਸੈਕੰਡਰੀ ਬੱਚੇ ਕੋਲ ਆਪਸ਼ਨ ਯੂਐਸਏ ਵੀ ਹੈਗੀ ਆ, ਜੇ ਬੱਚਾ ਅਪਲਾਈ ਕਰ ਸਕਦਾ ਹੈ। ਤੇ ਮੈਂ ਇਹ ਸਮਝਾਉਣਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਾਰ ਨਾ ਆਪਣੀ ਕੰਟਰੀ ਜ਼ਰੂਰ ਡਿਸਾਈਡ ਕਰੋ, ਆਪਣੀ ਲੋਕੇਸ਼ਨ ਜ਼ਰੂਰ ਡਿਸਾਈਡ ਕਰੋ ਕਿ ਅਸੀਂ ਇੱਥੇ ਜਾਣਾ ਹੈ। ਇੱਕ ਆਪਣੇ ਵੱਲੋਂ ਤੁਹਾਡੀ ਇਹ ਹੋਣੀ ਚਾਹੀਦੀ ਹੈ ਕਿ ਮੈਂ ਕਿੱਥੇ ਅਪਲਾਈ ਕਰ ਸਕਦੀ ਹਾਂ। ਅਪਲਾਈ ਕਰਕੇ ਤੁਸੀਂ ਵੀਜ਼ਾ ਕੈਨੇਡਾ ਵੀ ਕੱਢ ਸਕਦੇ ਹੋ, ਯੂਐਸਏ ਵੀ ਕੱਢ ਸਕਦੇ ਹੋ, ਆਸਟ੍ਰੇਲੀਆ ਵੀ ਕੱਢ ਸਕਦੇ ਹੋ, ਬਟ ਇੱਕ ਵਾਰ ਤੁਹਾਡੇ ਆਪਣੇ ਮਾਈਂਡ ਦੀ ਕੀ ਚੀਜ਼ ਹੈ, ਕਿ ਤੁਸੀਂ ਕੀ ਸੋਚਿਆ, ਕੀ ਆਪਣੇ ਭਵਿੱਖ ਬਾਰੇ ਸੋਚਿਆ, ਕੀ ਫਿਊਚਰ ਬਾਰੇ ਸੋਚਿਆ, ਉਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਤੇ ਉਹਨਾਂ ਦੇ ਬਿਹਾਵ ਤੇ ਤੁਹਾਡੀ ਸਟੇਟਮੈਂਟ ਆਫ ਪਰਪਸ ਬਣ ਰਹੀ ਆ। ਉਹ ਸਟੇਟਮੈਂਟ ਪਰਪਸ ਆਫ ਤੇ ਤੁਹਾਨੂੰ ਵੀਜ਼ਾ ਅਫਸਰ ਨੇ ਜੱਜ ਕਰਨਾ ਹੈ, ਉਸ ਜੱਜਮੈਂਟ ਤੇ ਤੁਹਾਡਾ ਜਿਹੜਾ ਰਿਜ਼ਲਟ ਡਿਕਲੇਅਰ ਹੋਣਾ ਜੀ। ਨੈਕਸਟ ਕਾਲ। ਹੈਲੋ हेलो, ਸਤਿ ਸ਼੍ਰੀ ਅਕਾਲ ਜੀ। जी सर, की सवाल है जी? मतलब कि +2 है बच्चा। ओके जी, केड़े साल च? हेलो, 2019 पास आउट है जी। केड़े सब्जेक्ट दे नाल? कॉमर्स नाल। किन्ने परसेंट? 67 जी। ओके जी। आइल्स? आइल्स तो 105 ने जी, कि ओवरऑल 6.5 नहीं। ओके जी, की सवाल है? कनेडा बारे पूछना भी बंद हुई, एक बार रिफ्यूजल आई भी, हम दोबारा करे, पहला 6 थे ओवरऑल, हम 6.5 ने, एक चो 5.5 ने पहला भी राइटिंग कोई भी हो गई। ओके, ते रिफ्यूजल दा कारण की सीगा? रिफ्यूजल दा कारण एसओपी दस्सिया सी जेड़ा। कोर्स केड़ा लिया सी? कोर्स ता हेलो, हाँ जी।
ਕੋਰਸ ਸਰ ਬਿਜ਼ਨਸ ਮਾਰਕੀਟਿੰਗ ਸੀ ਜੀ ਪਹਿਲਾਂ ਬਿਜ਼ਨਸ ਮਾਰਕੀਟਿੰਗ ਕਿਹੜੇ ਕਾਲਜ ਦੇ ਵਿੱਚ? ਕੌਨਸਟੇਬਲ ਸੀ ਕਿਚਨਰ ਵਿੱਚ। ਕੌਨਸਟੇਬਲ, ਠੀਕ ਹੈ ਨਾ? ਐਸਓਪੀ ਉਹਨਾਂ ਨੇ ਰੀਜ਼ਨ ਦੱਸਿਆ ਕਿ ਵੀਜ਼ਾ ਅਫਸਰ ਨੂੰ ਐਸਓਪੀ 'ਚ ਤੁਹਾਡੀਆਂ ਅਟੈਂਸ਼ਨ ਕਲੀਅਰ ਨਹੀਂ ਹੋਈਆਂ ਹੋਣਗੀਆਂ, ਇਸ ਕਰਕੇ ਵੀਜ਼ਾ ਅਫਸਰ ਨੇ ਤੁਹਾਨੂੰ ਜਿਹੜੀ ਆ ਰਿਜੈਕਸ਼ਨ ਦਿੱਤੀ ਹੈ। ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕੀ ਹਾਂ, ਐਸਓਪੀ ਬਹੁਤ ਮੇਜਰ ਰੋਲ ਪਲੇ ਕਰਦੀ ਹੈ ਤੁਹਾਡੀ ਪ੍ਰੋਫਾਈਲ ਨੂੰ ਵੀਜ਼ਾ ਅਫਸਰ ਦੇ ਸਾਹਮਣੇ ਰਿਪਰੈਜ਼ੈਂਟ ਕਰਨ ਲਈ, ਤੁਹਾਨੂੰ ਓਵਰਆਲ ਜੱਜ ਕਰਨ ਲਈ। ਜੇ ਵੀਜ਼ਾ ਅਫਸਰ ਤੁਹਾਨੂੰ ਉੱਥੋਂ ਜੱਜ ਨਹੀਂ ਕਰ ਪਾ ਰਿਹਾ ਜਾਂ ਉਹਦੀ ਕੋਈ ਸਮਝ 'ਚ ਨਹੀਂ ਆ ਰਿਹਾ, ਤਾਂ ਕਿਤੇ ਨਾ ਕਿਤੇ ਰਿਜ਼ਲਟ ਨੈਗੇਟਿਵ ਰਹਿੰਦਾ ਹੈ। ਬੱਚੇ ਦਾ ਜਿਹੜਾ ਕਾਲਜ ਆ ਉਹ ਵੀ ਠੀਕ ਹੈ, ਜਿਹੜਾ ਕੋਰਸ ਆ ਉਹ ਵੀ ਠੀਕ ਹੈ ਬੱਚੇ ਦਾ। ਅਤੇ ਜੇ ਤੁਸੀਂ ਦੁਬਾਰਾ ਅਪਲਾਈ ਕਰਨਾ, ਬਿਲਕੁਲ ਹੀ ਸਾਇਲੈਂਟ ਸਕੋਰ 'ਤੇ ਅਪਲਾਈ ਕਰ ਸਕਦੇ ਹੋ। ਔਰ ਐਸਓਪੀ ਦੇ ਉੱਤੇ ਜ਼ਿਆਦਾ ਕਰਕੇ ਆਪਣਾ, ਜੇ ਮੇਰੇ ਕੋਲ ਤੁਸੀਂ ਅਪਲਾਈ ਕਰਨਾ ਤਾਂ ਮੈਂ ਤਾਂ ਆਪਣੇ ਹਿਸਾਬ ਨਾਲ ਤੁਹਾਨੂੰ ਗਾਈਡ ਕਰੂੰਗੀ, ਪਰ ਜੇ ਕਿਤੇ ਹੋਰ ਅਦਰ ਅਪਲਾਈ ਕਰਨਾ, ਐਸਓਪੀ ਖੁਦ ਲਿਖ ਕੇ ਦਿਆ ਕਰੋ, ਕਿਉਂਕਿ ਤੁਹਾਡੀ ਲਿਖੀ ਹੋਈ ਐਸਓਪੀ ਤੁਹਾਡੇ 'ਤੇ ਹੀ ਲਿਖੀ ਹੋਈ ਸਟੋਰੀ ਹੁੰਦੀ ਹੈ। ਉਹ ਕਿਸ ਕੋਈ ਹੋਰ ਲਿਖੇ ਜਾਂ ਕਿਸੇ ਹੋਰ ਦੇ ਹੱਥਾਂ ਨਾਲ ਲਿਖੀ ਹੋਈ ਚੀਜ਼ ਵੀਜ਼ਾ ਅਫਸਰ ਨੂੰ ਸਮਝ ਆ ਜਾਂਦੀ ਹੈ। ਇਸ ਕਰਕੇ ਐਸਓਪੀ ਤੁਹਾਡਾ ਪਾਰਟ ਹੈ, ਬੱਚੇ ਦਾ ਪਾਰਟ ਹੈ। ਬੱਚੇ ਨੂੰ ਲਿਖ ਕੇ ਦੇਣਾ ਚਾਹੀਦਾ ਹੈ ਕਿ ਮੈਂ ਇੱਕ ਕੋਰਸ ਕਰਨ ਜਾ ਰਿਹਾ, ਮੇਰੀਆਂ ਫਿਊਚਰ ਪਲੈਨਿੰਗ ਇਹ ਆ, ਮੇਰੀਆਂ ਜਿਹੜੀਆਂ ਹੁਣ ਤੱਕ ਜਿਹੜੀਆਂ ਸਟੱਡੀ 'ਚ ਮਾਰਕਸ ਇਹ ਆਏ ਸੀਗੇ, ਮੈਂ 10th ਦੇ ਵਿੱਚ ਇਹ ਐਕਟੀਵਿਟੀਜ਼ ਲਈ ਸੀ, ਫਰਦਰ ਮੈਂ ਨਾਲ ਇਹ ਕਰਨਾ ਚਾਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਲਿਖ ਕੇ ਬੱਚਾ ਇੰਟਰਸਟ ਆਪਣੇ ਜਦੋਂ ਪਾਉਂਦਾ ਹੈ ਤੇ ਉਹ ਚੀਜ਼ਾਂ ਵੀਜ਼ਾ ਅਫਸਰ ਨੂੰ ਵੀ ਸਮਝ ਆਉਂਦੀਆਂ ਕਿ ਇੱਕ ਜੈਨੂਅਨ ਸਟੂਡੈਂਟ ਹੈ, ਇਹ ਜੈਨੂਅਨ ਤਰੀਕੇ ਨਾਲ ਉੱਥੇ ਸਟੱਡੀ ਕਰਨ ਜਾਣਾ ਚਾਹੁੰਦਾ ਹੈ। ਕਿਸੇ ਦੀ ਲਿਖੀ ਹੋਈ ਐਸਓਪੀ ਤੇ ਤੁਹਾਡਾ ਵੀਜ਼ਾ ਗ੍ਰਾਂਟ ਨਹੀਂ ਹੋਣਾ। ਐਸਓਪੀ ਜਿਹੜੀ ਹੈ ਨਾ, ਸਟੇਟਮੈਂਟ ਆਫ ਪਰਪਸ, ਤੁਹਾਡੇ ਜਾਣ ਦਾ ਕਾਰਨ ਕੀ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਕੀ ਪੁੱਛਣਾ ਚਾਹੁੰਦੇ ਨੇ। ਐਵੇਂ ਕੋਈ ਹੋਰ ਨਹੀਂ ਦੱਸ ਸਕਦਾ ਕਾਰਨ, ਤੁਸੀਂ ਉਹ ਦੱਸਣਾ। ਹਾਂ, ਤੁਹਾਡੀ ਹੈਲਪ ਜ਼ਰੂਰ ਕਰ ਸਕਦਾ ਕੰਸਲਟੈਂਟ ਇੱਕ ਫਾਰਮੈਟ ਦੇ ਵਿੱਚ, ਲੈਂਗੁਏਜ ਦੇ ਵਿੱਚ, ਬਟ ਲਿਖਣੀ ਤੁਹਾਨੂੰ ਆਪ ਹੀ ਚਾਹੀਦੀ ਹੈ। ਸੋ ਨੈਕਸਟ ਕਾਲ ਲੈਂਗੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਸਵਾਲ ਹੈ ਜੀ? ਲਾਈਵ ਗੱਲ ਨਹੀਂ ਹੋ ਸਕਦੀ ਸਰ? ਲਾਈਵ ਹੀ ਗੱਲ ਹੋ ਰਹੀ ਹੈ ਜੀ ਤੁਹਾਡੀ, ਹਾਂਜੀ? ਲਾਈਵ ਹੀ ਗੱਲ ਹੋ ਰਹੀ ਹੈ ਸਰ ਤੁਹਾਡੀ। ਨਹੀਂ, ਲਾਈਵ ਨਹੀਂ ਹੋ ਰਹੀ ਸਰ ਤੁਸੀਂ ਟੀਵੀ ਤੇ ਆਵਾਜ਼ ਨਹੀਂ ਸੁਣ ਰਹੇ, ਟੀਵੀ ਤੇ 10 20 30 ਸੈਕਿੰਡ ਬਾਅਦ ਆਵਾਜ਼ ਆਉਣੀ ਹੈ ਤੁਹਾਡੀ। ਤੁਸੀਂ ਸਵਾਲ ਪੁੱਛੋ। ਇਹ ਟੀਵੀ ਤੇ ਗੱਲ ਕਿਤੇ ਹੋਰ ਨਾਲ ਹੋ ਰਹੀ ਹੈ। ਮਾਫੀ ਚਾਹੁੰਦਾ ਜੀ, ਫਿਰ ਮੈਂ ਦੱਸ ਦੂੰਗਾ, ਟੀਵੀ ਤੇ ਥੋੜਾ ਜਿਹਾ ਡਿਲੇ ਹੁੰਦਾ। ਹੁਣ ਕੀ ਹੈ, ਇੱਕੋ ਟਾਈਮ ਤੇ ਕਈ ਬੱਚੇ ਕਾਲ ਕਰਦੇ ਹੁੰਦੇ, ਜੇ ਆਪਾਂ ਇਹਦੇ ਵਿੱਚ ਹੀ ਰਹਿ ਗਏ ਵੀ ਨਹੀਂ ਜੀ ਉਹੀ ਹੈ ਜੀ, ਤੁਸੀਂ ਕਾਲ ਕਰ ਲਓ, ਸ਼ੋਅ ਤੁਹਾਡੇ ਲਈ ਹੈ, ਲਾਈਵ ਕਾਲ ਹੈ ਬਿਲਕੁਲ। ਹੁਣ ਤੁਸੀਂ ਬਾਅਦ 'ਚ ਵੀ ਸੁਣੋਗੇ, ਸੋ ਆਪਣਾ ਸਵਾਲ ਕਰ ਲਿਆ ਕਰੋ ਕਾਈਂਡਲੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਮ, ਕੀ ਸਵਾਲ ਹੈ ਜੀ? ਹਾਂਜੀ, ਆਪਣੇ ਨਾ ਬੱਚੇ ਦੀ ਮੌਂਟਰੀਅਲ ਦੇ ਵਿੱਚ ਲਾਈ ਹੋਈ ਸੀ ਟ੍ਰਾਇਲ, ਆਪਾਂ ਨੂੰ ਕੋਈ ਰਿਸਪੌਂਸ ਨਹੀਂ ਆਇਆ, 9 ਮਹੀਨੇ ਹੋ ਗਏ ਜੀ। ਮੌਂਟਰੀਅਲ ਕਿਹੜੇ ਕਾਲਜ ਦਾ ਜੀ? ਇਹ ਆਪਣੇ ਕੈਨੇਡਾ ਕਾਲਜ ਹੈ ਜੀ। ਕੈਨੇਡਾ ਕਾਲਜ, ਬਿਲਕੁਲ ਜੀ। ਰਿਜ਼ਲਟ ਆਉਣੇ ਤਾਂ ਸ਼ੁਰੂ ਹੋ ਗਏ ਨੇ, ਬਟ ਲੇਟ ਆ ਰਹੇ ਆ। ਬਾਕੀ ਮੈਮ ਗਾਈਡ ਕਰ ਦਿੰਦੇ ਕੀ। ਬਿਲਕੁਲ, ਅਮਨ ਜੀ ਨੇ ਜਿਵੇਂ ਦੱਸਿਆ ਤੁਹਾਨੂੰ ਕਿ ਰਿਜ਼ਲਟ ਹੁਣ ਆਉਣੇ ਸਟਾਰਟ ਹੋ ਚੁੱਕੇ ਨੇ ਅਤੇ ਥੋੜ੍ਹਾ ਜਿਹਾ ਸਾਨੂੰ ਹੋਰ ਇੰਤਜ਼ਾਰ ਕਰਨਾ ਪਊਗਾ। ਅਤੇ ਤੁਸੀਂ ਜਿਹੜੇ ਵੀ ਆਪਣੇ ਕੰਸਲਟੈਂਟ ਕੋਲ ਅਪਲਾਈ ਕੀਤਾ, ਉਹ ਕੀ ਕਹਿੰਦਾ ਇੱਕ ਵਾਰ ਉਹਦੇ ਨਾਲ ਜ਼ਰੂਰ ਡਿਸਕਸ ਕਰੋ। ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੈ ਰਿਜ਼ਲਟ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਚੀਜ਼ ਨੂੰ ਲੈ ਕੇ, ਤੁਸੀਂ ਆਫਟਰ ਸ਼ੋਅ ਵੀ ਮੇਰੇ ਤੋਂ ਅਪਾਇੰਟਮੈਂਟ ਲੈ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਆ, ਫ੍ਰੀ ਆਫ ਕਾਸਟ ਤੁਹਾਡੀ ਹਰ ਚੀਜ਼ ਦਾ ਹੱਲ ਐਂਡ ਤੁਹਾਡੇ ਨਾਲ ਡਿਸਕਸ਼ਨ, ਜਿਹੜੀ ਤੁਹਾਡੀ ਕਾਉਂਸਲਿੰਗ ਦੇ ਵਿੱਚ ਕੋਈ ਤੁਹਾਨੂੰ ਹੈਲਪ ਚਾਹੀਦੀ ਹੋਈ, ਪ੍ਰੋਪਰ ਦਿੱਤੀ ਜਾਊਗੀ ਜੀ। ਸੋ ਕੋਈ ਵੀ ਮੰਨ ਲਓ ਸਵਾਲ ਹੈ ਜੀ, ਤੁਸੀਂ ਸ਼ੋਅ ਤੋਂ ਬਾਅਦ ਵੀ ਕ੍ਰੀਏਟਿਵ ਫਿਊਚਰ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਨੈਕਸਟ ਕਾਲ ਲੈਂਦੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟੀਵੀ ਤੋਂ ਬੋਲ ਰਹੇ ਜੀ ਸਰ। ਪ੍ਰੋਗਰਾਮ ਤੇ ਗੱਲ ਹੋ ਸਕਦੀ ਲਾਈਵ ਕਾਲ ਕਰਨ ਦੀ? ਸਰ ਤੁਹਾਡੇ ਲਾਈਵ ਹੀ ਗੱਲ ਹੋ ਰਹੀ ਹੈ ਸਰ, ਪ੍ਰੋਗਰਾਮ 'ਚ ਹੀ ਬੋਲ ਰਹੇ ਹਾਂ, ਤੁਸੀਂ ਸਵਾਲ ਕਰੋ। ਅੱਛਾ, ਪ੍ਰੇਮ ਸਿੰਘ ਬੋਲ ਰਿਹਾ ਜੀ ਅੰਮ੍ਰਿਤਸਰ ਤੋਂ। ਹਾਂਜੀ ਪ੍ਰੇਮ ਸਿੰਘ ਬੋਲ ਰਿਹਾ ਜੀ ਅੰਮ੍ਰਿਤਸਰ ਤੋਂ। ਜੀ ਸਰ, ਕੀ ਸਵਾਲ ਹੈ? ਅੱਛਾ ਸਰ, ਮੇਰੀ ਬੇਟੀ ਨੇ ਨਾ ਆਸਟ੍ਰੇਲੀਆ ਤੋਂ ਮਾਸਟਰ ਪ੍ਰੋਫੈਸ਼ਨਲ ਅਕਾਊਂਟਿੰਗ। ਓਕੇ ਜੀ। ਹੈਲੋ, ਹਾਂਜੀ ਹਾਂਜੀ। ਤੇ ਉਹਦੀ ਟੀਆਰ ਚੱਲ ਰਹੀ ਸੀ ਤੇ ਮੈਰਿਜ ਸੀ ਕੋਈ, ਤੇ ਉਹਦੇ ਚ ਸ਼ਾਮਿਲ ਹੋਣ ਲਈ ਇੱਥੇ ਵਾਪਸ ਆਈ ਸੀ। ਤੇ ਇਹਦਾ ਮੇਨ ਟਾਈਮ ਲਾਕਡਾਊਨ ਲੱਗ ਗਿਆ ਉੱਥੇ। ਤੇ ਉਹਦਾ ਟੈਂਪਰੇਰੀ ਵੀਜ਼ੇ ਦਾ ਸਾਰਾ ਸਮਾਂ ਜਿਹੜਾ ਵਾ ਉਹ ਇੱਥੇ ਬਤੀਤ ਹੋ ਗਿਆ, ਵੀਜ਼ੇ ਦਾ ਅਵਧੀ ਖਤਮ ਹੋ ਗਈ। ਤੇ ਉਹਦੇ ਸੰਬੰਧ ਵਿੱਚ ਹੁਣ ਮੈਨੂੰ ਚਾਹੀਦਾ ਸੀ ਕਿ ਕਿਆ ਸੋਚ ਕੇ ਕੀ ਹੱਲ ਹੋ ਸਕਦਾ। ਜੀ,
ਕੀ ਕਹਿਣਾ ਮੈਮ? ਦੇਖੋ ਅਮਨ ਜੀ, ਇਹਨਾਂ ਨੂੰ ਵੀਜ਼ਾ ਦੁਬਾਰਾ ਤਾਂ ਅਪਲਾਈ ਕਰਨਾ ਪੈਣਾ ਹੈ। ਇੱਕ ਵਾਰ ਇਹ ਆਪਣੇ ਜਿਹੜਾ ਇਹਨਾਂ ਦਾ ਵੀਜ਼ਾ ਜਿਹੜਾ ਕੈਂਸਲ ਜਿਹੜਾ ਟਾਈਮ ਨਿਕਲ ਗਿਆ, ਜਿਹੜਾ ਇੱਥੇ ਬੈਠੇ ਰਹੇ ਲੋਕਡਾਊਨ ਦੇ ਇਨ ਬਿਟਵੀਨ, ਉਹ ਸਾਨੂੰ ਕਾਪੀਜ਼ ਭੇਜ ਦੇਣ ਕਿਸ ਵੀਜ਼ੇ ਤੇ ਸੀਗੇ, ਉਹਦੇ ਸਾਨੂੰ ਥੋੜੇ ਡਾਕੂਮੈਂਟ ਚਾਹੀਦੇ ਹੋਣਗੇ। ਉਹਦੇ ਬਿਹਾਫ ਤੇ ਅਸੀਂ ਇਹਨਾਂ ਨੂੰ ਗਾਈਡ ਕਰਕੇ ਚੱਲਾਂਗੇ ਕਿ ਅੱਗੇ ਦੈਨ ਫਰਦਰ ਕੀ ਪ੍ਰੋਸੈਸ ਹੋਊਗਾ। ਜਿਹੜੀ ਤੁਹਾਡੀ ਉੱਥੇ PR ਪਾਈ ਹੈ, ਜੇ ਉਹ ਤੁਹਾਡੀ PR ਨਿਕਲਦੀ ਆ, ਫਿਰ ਵੀ ਤੁਹਾਨੂੰ ਉਹ ਕਿਵੇਂ ਨਾ ਕਿਵੇਂ ਕੰਟੈਕਟ ਕਰਨਗੇ, ਕਿਉਂਕਿ ਕੋਈ ਨਾ ਕੋਈ ਈਮੇਲ ਤਾਂ ਤੁਸੀਂ ਉੱਥੇ ਦਿੱਤੀ ਹੋਊਗੀ। ਈਮੇਲ ਥਰੂ ਜਾਂ ਤੁਹਾਡੀ ਕਾਲ WhatsApp ਥਰੂ ਉਹ ਤੁਹਾਨੂੰ ਕੰਟੈਕਟ ਜ਼ਰੂਰ ਕਰਨਗੇ। ਪਰ ਫਿਰ ਵੀ ਤੁਸੀਂ ਵੀਜ਼ਾ ਲੈ ਕੇ ਜਾਣਾ ਚਾਹੁੰਦੇ ਹੋ, ਦੁਬਾਰਾ ਉੱਥੇ ਜਾਣਾ ਚਾਹੁੰਦੇ ਹੋ, ਉਹਦੇ ਲਈ ਤੁਹਾਨੂੰ ਦੁਬਾਰਾ ਵੀਜ਼ਾ ਇੱਥੋਂ ਦੁਬਾਰਾ ਲੈਣਾ ਪਊਗਾ। ਜੇ ਆਪਾਂ ਕਹੀਏ ਕਿ ਉਹ ਵੀਜ਼ਾ ਖਤਮ ਹੋ ਗਿਆ, ਦਾ ਸਮਾਂ ਖਤਮ ਹੋ ਗਿਆ, ਉਸ ਵੀਜ਼ੇ 'ਤੇ ਅਸੀਂ ਟਰੈਵਲ ਨਹੀਂ ਕਰ ਸਕਦੇ ਜੀ। ਸੋ ਤੁਸੀਂ ਇਹਨਾਂ ਤੱਕ ਸ਼ੋਅ ਤੋਂ ਬਾਅਦ ਵੀ ਰਾਬਤਾ ਕਾਇਮ ਕਰੋਗੇ ਤਾਂ ਵੀ ਕੋਈ ਚਾਰजेस ਨਹੀਂ ਦੇਣੇ ਤੁਹਾਨੂੰ। ਫ੍ਰੀ ਆਫ ਕਾਸਟ ਕਾਉਂਸਲਿੰਗ ਦੀ ਸਰਵਿਸ ਜਿਹੜੀ ਹੈ ਉਹ ਇੱਦਾਂ ਹੀ ਜਿਵੇਂ ਆਨਲਾਈਨ ਪ੍ਰੋਵਾਈਡ ਕਰਾ ਰਹੇ ਆ, ਇਸ ਤੋਂ ਬਾਅਦ ਵੀ ਉਹ ਪ੍ਰੋਵਾਈਡ ਕਰਾਈ ਜਾਏਗੀ। ਮੈਮ ਇਹ ਜਿਹੜਾ ਨੰਬਰ ਹੈ ਜੀ, ਇਹ WhatsApp ਨੰਬਰ ਹੈ? ਬਿਲਕੁਲ WhatsApp ਨੰਬਰ ਹੈ ਅਮਨ ਜੀ। ਇਸ ਨੰਬਰ ਤੇ ਕਾਲ ਕਰਕੇ ਜੇ ਤੁਸੀਂ ਮੇਰੇ ਨਾਲ ਗੱਲ ਕਰਨੀ ਆ, ਜਾਂ ਸੀਨੀਅਰ ਬੰਦੇ, ਕਾਫੀ ਸਾਡੀ ਟੀਮ ਬੈਠੀ ਹੁੰਦੀ ਹੈ, ਕਾਉਂਸਲਰਸ ਬੈਠੇ ਹੁੰਦੇ ਆ, ਉਹਨਾਂ ਨਾਲ ਵੀ ਤੁਸੀਂ ਡਿਸਕਸ ਕਰ ਸਕਦੇ ਹੋ ਆਪਣੀ ਪ੍ਰੋਬਲਮ, ਆਪਣੀ ਕਿਸੇ ਵੀ ਚੀਜ਼ ਦਾ ਹੱਲ ਲੈਣਾ ਹੈ ਜਾਂ ਕੋਈ ਤੁਸੀਂ ਡਿਸਕਸ਼ਨ ਕਰਨਾ ਚਾਹੁੰਦੇ ਹੋ, ਫ੍ਰੀ ਆਫ ਕਾਸਟ ਸਾਡੇ ਵੱਲੋਂ ਸਰਵਿਸ ਦਿੱਤੀ ਜਾਂਦੀ ਹੈ ਤੁਹਾਨੂੰ ਜੀ। ਨੈਕਸਟ ਕਾਲ ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਸਵਾਲ ਹੈ ਜੀ? ਲਾਈਵ ਗੱਲ ਨਹੀਂ ਹੋ ਰਹੀ? ਸਰ ਲਾਈਵ ਹੀ ਗੱਲ ਹੋ ਰਹੀ ਹੈ ਜੀ ਤੁਹਾਡੀ। ਹੈਲੋ ਸਰ ਲਾਈਵ ਗੱਲ ਹੋ ਰਹੀ ਹੈ ਜੀ ਤੁਹਾਡੀ। ਅੱਜ ਨਹੀਂ, ਉੱਧਰ ਕਿਸੇ ਹੋਰ ਨਾਲ ਹੋ ਰਹੀ ਹੈ। ਮਾਫੀ ਚਾਹੁੰਦਾ ਜੀ, ਮੈਨੂੰ ਫਿਰ ਫੋਨ ਕੱਟਣਾ ਪੈਣਾ। ਸੋ ਗੱਲ ਤੁਹਾਡੇ ਨਾਲ ਹੀ ਹੋ ਰਹੀ ਹੈ ਜੀ। ਹੁਣ ਤੁਸੀਂ ਬਾਅਦ ਦੇ ਵਿੱਚ ਆਪਣੀ ਆਵਾਜ਼ ਸੁਣੋਗੇ। ਜਦੋਂ ਆਪਣੀ ਆਵਾਜ਼ ਦੀ ਕਿਉਰਿਓਸਿਟੀ ਪਿੱਛੇ ਫੋਨ ਕਰਦੇ ਹੋ ਜੀ, ਉਹ ਨਾ ਕਰਿਆ ਕਰੋ, ਕਿਉਂਕਿ ਇਹ ਜਿਹੜਾ ਸ਼ੋਅ ਹੈ ਇਹ ਡੈਡੀਕੇਟਿਡ ਹੈ ਬੱਚਿਆਂ ਲਈ, ਉਹਨਾਂ ਦੇ ਪੇਰੈਂਟਸ ਲਈ ਜਿਹੜੇ ਸਟੂਡੈਂਟ ਵੀਜ਼ਾ 'ਤੇ, ਵਿਜ਼ਿਟਰ ਵੀਜ਼ਾ 'ਤੇ, ਟੂਰਿਸਟ ਵੀਜ਼ਾ 'ਤੇ ਬਾਹਰ ਜਾਣਾ ਚਾਹੁੰਦੇ ਨੇ। ਸੋ ਆਪਣੀ ਆਵਾਜ਼ ਸੁਣਨ ਲਈ ਜਦੋਂ ਤੁਸੀਂ ਕਾਲ ਕਰਦੇ ਹੋ, ਗੱਲ ਕਰਦੇ ਹੋ, ਸਾਨੂੰ ਕੱਟਣੀ ਪੈਂਦੀ ਹੈ, ਕਿਉਂਕਿ ਹੋਰ ਬੱਚੇ ਜਿਹੜੇ ਆ ਵੇਟਿੰਗ ਦੇ ਵਿੱਚ ਕਾਲ ਕਰਦੇ ਹੁੰਦੇ ਆ ਜੀ। ਹੈਲੋ ਹੈਲੋ ਮੇਰੇ ਕੋਲ ਸ਼ਾਇਦ ਰਾਜਪਾਲ ਠੀਕ ਜੁੜ ਨਹੀਂ ਪਾਇਆ ਜੀ। ਤੁਸੀਂ ਕਾਲ ਦੁਬਾਰਾ ਕਰ ਸਕਦੇ ਹੋ, ਜਾਂ ਸ਼ੋਅ ਤੋਂ ਬਾਅਦ ਵੀ ਜਦੋਂ ਕਾਲ ਕਰੋਗੇ ਤੁਹਾਨੂੰ ਇਹਨਾਂ ਦੀ ਟੀਮ ਪ੍ਰੋਪਰਲੀ ਗਾਈਡ ਕਰੇਗੀ। ਅੱਛਾ ਮੈਮ, ਓਵਰਆਲ ਰਿਜ਼ਲਟ ਨੂੰ ਲੈ ਕੇ ਜਿਵੇਂ ਸੀਗਾ ਵੀ ਜੀ, ਰਿਜੈਕਸ਼ਨ ਵੀ ਦੁਬਾਰਾ ਆਉਣੀਆਂ ਸ਼ੁਰੂ ਹੋਈਆਂ ਕਾਫੀ, ਕੀ ਇਸ ਟਾਈਮ ਮਾਹੌਲ ਹੈ? ਦੇਖੋ ਅਮਨ ਜੀ, ਰਿਜੈਕਸ਼ਨ ਇਸ ਤੋਂ ਪਹਿਲਾਂ ਵੀ ਆਉਂਦੀਆਂ ਸੀਗੇ। ਜੇ ਆਪਾਂ ਰਿਜੈਕਸ਼ਨ ਦੀ ਗੱਲ ਕਰੀਏ, ਰਿਜੈਕਸ਼ਨਸ ਪਹਿਲਾਂ ਸੀ ਬੱਚਿਆਂ ਦੀਆਂ ਆਈਆਂ। ਇੱਕਦਮ ਨਾ ਆਪਾਂ ਇੱਕ ਜੱਜ ਕਰਨ ਲੱਗੇ ਚੀਜ਼ਾਂ ਨੂੰ ਕਿ ਰਿਜੈਕਸ਼ਨ ਆ ਰਹੀਆਂ ਨੇ, ਵੀਜ਼ਾਸ ਆ ਰਹੇ ਨੇ। ਜਿਹੜੀਆਂ ਰਿਜੈਕਸ਼ਨ ਇਸ ਟਾਈਮ ਵੀ ਜੇ ਕਿਸੇ ਬੱਚੇ ਦੀ ਆ ਰਹੀ ਹੈ ਜਾਂ ਆਈ ਆ, ਉਹ ਇੱਕ ਜੈਨੂਅਨ ਤਰੀਕੇ ਨਾਲ ਆ ਰਹੀ ਹੈ ਕਿ ਇੱਕ ਜੈਨੂਇਨਟੀ ਹੈ। ਜੋ ਵੀਜ਼ਾ ਅਫਸਰ ਸੈਟਿਸਫਾਈ ਨਹੀਂ ਆ, ਉਹਨੂੰ ਆਪਾਂ ਸੈਟਿਸਫਾਈ ਵੀਜ਼ਾ ਅਫਸਰ ਨੂੰ ਕਰਾ ਕੇ ਅੱਗੇ ਆਪਾਂ ਦੈਨ ਪੈਰਲਲ ਚੱਲ ਸਕਦੇ ਹਾਂ ਕਿ ਅੱਗੇ ਆਪਾਂ ਵੀਜ਼ਾ ਗ੍ਰਾਂਟ ਕਰਾ ਸਕਦੇ ਹਾਂ। ਸਭ ਤੋਂ ਵੱਡਾ ਸਾਡਾ ਫੋਕਸ ਇਹ ਹੋਣਾ ਚਾਹੀਦਾ ਹੈ ਅਮਨ ਜੀ ਕਿ ਆਪਾਂ ਫਾਈਲ ਨੂੰ ਰੀਪ੍ਰੈਜ਼ੈਂਟ ਕਿਵੇਂ ਕਰਨਾ ਹੈ, ਨਾ ਕਿ ਅਸੀਂ ਰਿਜ਼ਲਟਸ ਦੇ ਉੱਤੇ ਬੈਠ ਕੇ ਡਿਸੀਜ਼ਨ ਲਈਏ ਕਿ ਅਸੀਂ ਰੁਕ ਕੇ ਅਪਲਾਈ ਕਰੀਏ, ਕਿਵੇਂ ਅਪਲਾਈ ਕਰੀਏ। ਜਿਵੇਂ ਮੈਂ ਵਿੱਚ ਦੱਸਿਆ, ਸਭ ਤੋਂ ਵੱਡਾ ਮੇਜਰ ਰੋਲ ਪਲੇ ਕਰਦੀ ਹੈ ਤੁਹਾਡੀ SOP। ਤੁਹਾਡੀ SOP ਦੇ ਉੱਤੇ ਤੁਸੀਂ ਵਰਕਆਊਟ ਕਰਨਾ ਹੈ। ਔਰ ਅਮਨ ਜੀ, ਥੋੜੀ ਜਿਹੀ ਕਨਫਿਊਜ਼ਨ ਵੀ ਹੁੰਦੀ ਹੈ ਬੱਚਿਆਂ ਨੂੰ, ਜਿਹਦੇ 'ਚ ਅਸੀਂ ਇੱਥੇ ਬੈਠ ਕੇ ਅਨਾਊਂਸ ਕਰਦੇ ਹਾਂ ਕਿ ਤੁਸੀਂ ਆਪਣੀ ਫੀਸ ਆਪ ਭਰਨੀ ਆ। ਬਿਲਕੁਲ ਤੁਸੀਂ ਆਪਣੀ ਫੀਸ ਆਪ ਭਰਨੀ ਆ, ਬਟ ਜੇ ਤੁਹਾਡਾ ਕੰਸਲਟੈਂਟ ਤੁਹਾਨੂੰ ਨਹੀਂ ਪਤਾ ਚੱਲ ਰਿਹਾ, ਜਾਂ ਤੁਸੀਂ ਕਿਸੇ ਕੰਸਲਟੈਂਟ ਦੇ ਥਰੂ, ਕਿਉਂਕਿ ਇਹਦੇ 'ਚ ਬੜੀ ਪ੍ਰੋਬਲਮ ਆ ਰਹੀ ਹੈ। ਬੱਚੇ ਸਾਡੇ ਕੋਲ ਆ ਕੇ ਵਾਰ-ਵਾਰ ਕਹਿੰਦੇ, ਨਹੀਂ ਮੈਡਮ ਤੁਸੀਂ ਤਾਂ TV ਤੇ ਬੋਲਿਆ ਸੀਗਾ ਕਿ ਆਪੇ ਭਰਨੀ ਆ। ਆਪੇ ਭਰਨ ਦਾ ਮਤਲਬ ਹੈ ਕਿ ਤੁਸੀਂ ਆਪਣੀ ਟਿਊਸ਼ਨ ਫੀਸ ਕਾਲਜ ਨੂੰ ਦੇ ਰਹੇ ਹੋ। ਤੁਸੀਂ ਸਲਿੱਪ ਚੈੱਕ ਕਰ ਸਕਦੇ ਹੋ ਕਿ ਤੁਸੀਂ ਭਰੀ ਕਿ ਨਹੀਂ ਭਰੀ। ਬਟ ਜੇ ਤੁਹਾਨੂੰ ਹੈਲਪ ਦੀ ਜ਼ਰੂਰਤ ਪੈ ਰਹੀ ਹੈ, ਤੁਸੀਂ ਕੰਸਲਟੈਂਟ ਦੀ ਹੈਲਪ ਲੈ ਸਕਦੇ ਹੋ। ਇਹਦੇ 'ਚ ਇਹ ਨਹੀਂ ਕਿ ਕੰਸਲਟੈਂਟ ਵਿੱਚੋਂ ਮਰਜ਼ੀ ਹੈ ਤੁਹਾਡੀ। ਜੇ ਕੰਸਲਟੈਂਟ ਤੁਹਾਨੂੰ ਲੱਗਦਾ ਵੀ ਹੈਲਪ ਕਰ ਸਕਦਾ, ਤੁਹਾਨੂੰ ਲੈਣੀ ਪੈਣੀ ਹੈ ਤਾਂ ਲੈ ਸਕਦੇ ਹੋ। ਜੇ ਆਪ ਭਰਨੀ ਹੈ ਤਾਂ ਆਪ ਵੀ ਭਰ ਸਕਦੇ ਹੋ। ਦੋਨੋਂ ਆਪਸ਼ਨਸ ਨੇ ਕਿ ਤੁਸੀਂ ਇਸ ਗੱਲ ਦੇ ਉੱਤੇ ਫਿਕਸ ਨਾ ਹੋ ਜਾਓ, ਕਿਉਂਕਿ ਇੱਕ ਬੱਚਾ ਬਾਕੀ ਜਿਹੜੇ ਕਹਿੰਦੇ ਮੈਮ ਤੁਸੀਂ ਚੰਗਾ ਕਹਿਤਾ ਵੀ ਉਹ ਸਾਨੂੰ ਫੀਸ ਨਹੀਂ ਦੇ ਕੇ ਜਾਂਦੇ। ਇਸ ਕਰਕੇ ਤੁਸੀਂ ਆਪਣੇ ਕੰਸਲਟੈਂਟ, ਜੇ ਤੁਹਾਡਾ ਕੰਸਲਟੈਂਟ ਤੁਹਾਡੀ ਮਦਦ ਕਰ ਰਿਹਾ ਹੈ, ਤੁਹਾਨੂੰ ਮਦਦ ਦੀ ਲੋੜ ਹੈ, ਤੁਹਾਨੂੰ ਜ਼ਰੂਰਤ ਹੈ, ਤੁਹਾਨੂੰ ਆਪਣੇ ਆਪ ਸਮਝ ਨਹੀਂ ਆ ਰਿਹਾ, ਜਾਂ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਚਾਹੁੰਦੇ ਹੋ ਕਿ ਸਾਡੀ ਫੀਸ ਦੇ ਕੱਲ੍ਹ ਦੇ ਦਿਨ ਕੋਈ ਜ਼ਿੰਮੇਵਾਰੀ ਰਵੇ ਤੁਹਾਡਾ ਕੰਸਲਟੈਂਟ, ਤੇ ਫਿਰ ਤੁਸੀਂ ਆਪਣੇ ਕੰਸਲਟੈਂਟ ਥਰੂ ਭਰ ਸਕਦੇ ਹੋ। ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਮੇਰੇ ਕੁਝ ਸਟੂਡੈਂਟ ਜਿਹੜੇ ਇਸ ਗੱਲ ਤੇ ਫਿਕਸ ਹੋ ਜਾਂਦੇ ਔਰ ਕਿਤੇ ਹੋਰ ਵੀ ਭਰਦੇ ਆ
ਤੇ ਮੈਨੂੰ ਉਹਨਾਂ ਕੰਸਲਟੈਂਟ ਦੀ ਕਾਲ ਆ ਜਾਂਦੀ ਹੈ ਕਿ ਮੈਡਮ ਤੁਸੀਂ ਕੀ ਬੋਲ ਕੇ ਆ ਗਏ ਹੋ ਕਿ ਬੱਚੇ ਤੁਹਾਡੀ ਗੱਲ ਨੂੰ ਫੋਲੋ ਕਰਕੇ ਸਾਨੂੰ ਡਿਸਟਰਬ ਕਰ ਰਿਹਾ, ਬੱਚੇ ਤੋਂ ਆਪਣੀ ਟਿਊਸ਼ਨ ਫੀਸ ਭਰੀ ਨਹੀਂ ਜਾ ਰਹੀ ਤੇ ਇਹਦੇ ਕਰਕੇ ਡਿਸੀਜਨ ਬੱਚੇ ਦਾ ਬੱਚੇ ਦਾ ਡਿਸੀਜਨ ਰਹੇਗਾ। ਪਰ ਤੁਸੀਂ ਹੈਲਪ ਲੈ ਸਕਦੇ ਹੋ, ਹੈਲਪ ਲੈਣ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦੀ। ਸੋ ਸਮਾਂ ਨਹੀਂ ਅਲਾਉ ਕਰ ਰਿਹਾ ਜੀ, ਬਟ ਉਮੀਦ ਕਰਦੇ ਹਾਂ ਇਹਦੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਲਈ ਲਾਹੇਵੰਦ ਹੋਏਗੀ। ਮੈਮ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਅਮਨ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।